हाँ जी प्यारे विद्यार्थियों, स्वागत है तुहाडा सारिਆਂ ਦਾ मेरी क्लास ਦੇ ਵਿੱਚ। इस क्लास ਦੇ ਵਿੱਚ ਅੱਜ ਅਸੀਂ 6ਵੀਂ ਜਮਾਤ ਦੀ ਸਾਇੰਸ ਦਾ ਪਾਠ ਕਰਾਂਗੇ ਭੋਜਨ ਦੇ ਤੱਤ। ਇਸ ਪਾਠ ਦੇ ਨਾਲ ਸੰਬੰਧਿਤ ਜੋ ਵੀ ਤੁਹਾਨੂੰ ਖਾਲੀ ਥਾਵਾਂ, ਸਹੀ ਗਲਤ, ਮਿਲਾਨ ਚਿੰਨ੍ਹ, ਪ੍ਰਸ਼ਨ ਉੱਤਰ, ਜੋ ਵੀ ਬੁੱਕ ਵਰਕ ਤੁਹਾਨੂੰ ਦਿੱਤਾ ਗਿਆ ਸੀ ਸਾਰਾ ਬੁੱਕ ਵਰਕ ਇਸ ਕਲਾਸ ਦੇ ਵਿੱਚ ਅੱਜ ਅਸੀਂ ਨੇ ਕੰਪਲੀਟ ਕਰ ਲੈਣਾ ਹੈ। ਇਸ ਤੋਂ ਬਿਨਾਂ ਤੁਸੀਂ ਬਾਕੀ ਲੈਸਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਾਠ ਦਾ ਨਾਮ ਸਰਚ ਕਰਕੇ ਨਾਲ ਤੁਸੀਂ ਮੇਰੀ ਕਲਾਸ ਲਿਖ ਦਿਆ ਕਰੋ। ਜਾਂ ਤੁਸੀਂ ਨਾਲ ਮੇਰੀ ਕਲਾਸ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਸਾਡੀਆਂ ਸਾਰੀਆਂ ਵੀਡੀਓਜ਼ ਆ ਜਾਣਗੀਆਂ, ਤੁਸੀਂ ਉੱਥੇ ਤੋਂ ਆਪਣਾ ਬੁੱਕ ਵਰਕ ਕੰਪਲੀਟ ਕਰ ਸਕਦੇ ਹੋ। ਤਾਂ ਮੇਰੀ ਕਲਾਸ ਤੋਂ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ, ਖਾਲੀ ਥਾਵਾਂ ਭਰੋ। ਤਾਂ ਦੇਖੋ ਜੀ, ਖਾਲੀ ਥਾਵਾਂ ਭਰੋ ਵਾਲਾ ਭਾਗ ਸੀ, ਪਹਿਲਾ ਭਾਗ ਸੀ। ਇਸ ਦੇ ਵਿੱਚ ਜੋ ਪਹਿਲੀ ਖਾਲੀ ਥਾਂ ਸਾਨੂੰ ਦਿੱਤੀ ਗਈ ਸੀ ਉਹ ਕੁਝ ਇਸ ਤਰੀਕੇ ਨਾਲ ਸੀ। ਅਸੀਂ ਸਟਾਰਚ ਦੀ ਮੌਜੂਦਗੀ ਦਾ ਪ੍ਰੀਖਣ ਕਰਨ ਲਈ ਡੈਸ਼ ਦੇ ਘੋਲ ਦੀ ਵਰਤੋਂ ਕਰਦੇ ਹਾਂ। ਤਾਂ ਦੇਖੋ ਜੀ, ਪਹਿਲੀ ਖਾਲੀ ਥਾਂ ਦੇ ਵਿੱਚ ਤੁਸੀਂ ਨੇ ਭਰਨਾ ਸੀ ਆਇਓਡੀਨ, ਠੀਕ ਹੈ ਜੀ। ਤਾਂ ਪਹਿਲੀ ਖਾਲੀ ਥਾਂ ਇਸ ਤਰੀਕੇ ਨਾਲ ਤੁਹਾਡੀ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ ਦੂਸਰੀ ਖਾਲੀ ਥਾਂ ਦਿੱਤੀ ਗਈ ਸੀ ਜੀ, ਆਲੂ, ਚਾਵਲ ਅਤੇ ਕਣਕ ਵਿੱਚ ਡੈਸ਼ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਤਾਂ ਇਹਨਾਂ ਦੇ ਵਿੱਚ ਕੀ ਹੁੰਦਾ, ਸਟਾਰਚ। ਖਾਲੀ ਥਾਂ ਦੇ ਵਿੱਚ ਤੁਸੀਂ ਭਰੋਗੇ ਸਟਾਰਚ। ਨੈਕਸਟ ਹੈ ਜੀ ਨੰਬਰ 3, ਖੱਟੇ ਫਲਾਂ ਵਿੱਚ ਮੁੱਖ ਤੌਰ 'ਤੇ ਡੈਸ਼ ਵਿਟਾਮਿਨ ਹੁੰਦਾ ਹੈ। ਤਾਂ ਇਹਦੇ ਵਿੱਚ ਇਸ ਖਾਲੀ ਥਾਂ ਦੇ ਵਿੱਚ ਲਿਖੋ ਤੁਸੀਂ ਸੀ। ਇਹਦੇ ਵਿੱਚ ਕੀ ਹੁੰਦਾ, ਸੀ ਵਿਟਾਮਿਨ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਇਹ ਖਾਲੀ ਥਾਂ ਤੁਸੀਂ ਨੇ ਭਰ ਲੈਣੀ ਹੈ। ਇਸ ਤੋਂ ਬਾਅਦ ਹੈ ਜੀ ਨੰਬਰ 4, ਚੌਥੀ ਖਾਲੀ ਥਾਂ ਹੈ, ਅਨੀਮੀਆ ਡੈਸ਼ ਦੀ ਘਾਟ ਕਾਰਨ ਹੁੰਦਾ ਹੈ। ਤਾਂ ਚੌਥੀ ਖਾਲੀ ਥਾਂ ਦੇ ਵਿੱਚ ਤੁਸੀਂ ਭਰੋਗੇ ਲੋਹੇ ਦੀ ਘਾਟ ਕਾਰਨ ਕੀ ਹੁੰਦਾ, ਅਨੀਮੀਆ ਹੁੰਦਾ ਹੈ। ਇਸ ਤੋਂ ਬਾਅਦ ਹੈ ਜੀ ਨੰਬਰ 5, ਗਿੱਲੜ ਡੈਸ਼ ਦੀ ਘਾਟ ਕਾਰਨ ਹੁੰਦਾ ਹੈ। ਜੋ ਗਿੱਲੜ ਹੈ ਇਹ ਆਇਓਡੀਨ ਦੀ ਘਾਟ ਕਾਰਨ ਹੁੰਦਾ ਹੈ। ਇਸ ਤਰੀਕੇ ਨਾਲ ਤੁਸੀਂ ਇਸ ਦੇ ਵਿੱਚ ਆਇਓਡੀਨ ਸ਼ਬਦ ਨੂੰ ਭਰ ਲੈਣਾ ਹੈ। ਤਾਂ ਇਸ ਤਰੀਕੇ ਨਾਲ ਆਪਣਾ ਜੋ ਪਹਿਲਾ ਭਾਗ ਸੀ ਇਹ ਕੰਪਲੀਟ ਹੋ ਚੁੱਕਿਆ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਅਗਲਾ ਭਾਗ ਕਰਦੇ ਹਾਂ। ਅਗਲੇ ਭਾਗ ਦੇ ਵਿੱਚ ਕੀ ਸੀਗਾ, ਸਹੀ ਜਾਂ ਗਲਤ ਦੱਸਣਾ ਸੀ। ਜੋ ਕਥਨ ਸਹੀ ਹੈ ਉਸ ਦੇ ਸਾਹਮਣੇ ਸਹੀ ਲਿਖਾਂਗੇ, ਜੋ ਕਥਨ ਗਲਤ ਹੈ ਉਸ ਦੇ ਸਾਹਮਣੇ ਗਲਤ ਲਿਖ ਦੇਣਾ ਹੈ। ਤਾਂ ਦੇਖੋ ਜੀ, ਪਹਿਲਾ ਜੋ ਆਪਾਂ ਨੂੰ ਕਥਨ ਦਿੱਤਾ ਗਿਆ ਸੀ, ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੋਸ਼ਨੀ ਦੀ ਮਦਦ ਨਾਲ ਵਿਟਾਮਿਨ ਡੀ ਬਣਦਾ ਹੈ। ਤਾਂ ਇਹ ਕਥਨ ਬਿਲਕੁਲ ਸਹੀ ਹੈ, ਇਹਦੇ ਸਾਹਮਣੇ ਅਸੀਂ ਨੇ ਸਹੀ ਲਿਖ ਦੇਣਾ ਹੈ। ਇਸ ਤੋਂ ਬਾਅਦ ਜੋ ਅਗਲਾ ਕਥਨ ਆਪਾਂ ਨੂੰ ਦਿੱਤਾ ਗਿਆ ਜੀ ਉਹ ਦੇਖਦੇ ਹਾਂ। ਅਗਲੇ ਕਥਨ ਦੇ ਵਿੱਚ ਕੀ ਪੁੱਛਿਆ ਇਹਨਾਂ ਨੇ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ ਡੈਸ਼ ਕੀ ਪ੍ਰਾਪਤ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ। ਸੌਰੀ, ਮਾਫ ਕਰਿਓ, ਦੁਬਾਰਾ ਪੜ੍ਹਦਾ ਮੈਂ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ, ਇਹ ਕਥਨ ਦਿੱਤਾ ਗਿਆ ਸੀ, ਠੀਕ ਹੈ। ਤਾਂ ਇਹ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਹੈ ਜੀ ਨੰਬਰ 3, ਤਾਂ ਤੀਸਰਾ ਕਥਨ ਦਿੱਤਾ ਗਿਆ ਹੈ, ਦਾਲਾਂ ਚਰਬੀ ਦਾ ਮੁੱਖ ਸਰੋਤ ਹਨ। ਤਾਂ ਇਹ ਕਥਨ ਬਿਲਕੁਲ ਗਲਤ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਅਸੀਂ ਨੇ ਕਥਨ ਦੇ ਸਾਹਮਣੇ ਗਲਤ ਲਿਖ ਦੇਣਾ ਹੈ। ਇਸ ਤੋਂ ਬਾਅਦ ਹੈ ਜੀ ਨੰਬਰ 4, ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰ ਸਕਦੇ ਹਨ। ਇਹ ਕਥਨ ਵੀ ਬਿਲਕੁਲ ਗਲਤ ਹੈ, ਠੀਕ ਹੈ। ਇਕੱਲੇ ਚਾਵਲ ਕੁਛ ਨਹੀਂ ਕਰ ਸਕਦੇ, ਸਾਰੇ ਪਦਾਰਥ ਨੇ ਜਿਹੜੇ ਆਪਾਂ ਨੂੰ ਇੱਕ ਸਹੀ ਮਾਤਰਾ ਦੇ ਵਿੱਚ ਲੋੜੀਂਦੇ ਨੇ, ਠੀਕ ਹੈ। ਸਾਰੇ ਪੌਸ਼ਟਿਕ ਤੱਤ ਨੇ ਜਿਹੜੇ ਆਪਾਂ ਨੂੰ ਵੱਖ-ਵੱਖ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਨੇ, ਠੀਕ ਹੈ ਜੀ। ਅੰਦਰਾਤਾ ਵਿਟਾਮਿਨ ਏ ਦੀ ਘਾਟ ਕਾਰਨ ਹੁੰਦਾ ਹੈ, ਇਹ ਕਥਨ ਬਿਲਕੁਲ ਸਹੀ ਹੈ। ਤਾਂ ਇਹਦੇ ਸਾਹਮਣੇ ਅਸੀਂ ਨੇ ਸਹੀ ਲਿਖ ਦੇਣਾ। ਤਾਂ ਇਸ ਤਰੀਕੇ ਨਾਲ ਅਸੀਂ ਇਹ ਸਾਰੇ ਸਹੀ ਗਲਤ ਨੇ ਜਿਹੜੇ ਇਹ ਕੰਪਲੀਟ ਕਰ ਲਏ ਨੇ, ਠੀਕ ਹੈ ਜੀ। ਤਾਂ ਤੁਸੀਂ ਇਹਨਾਂ ਨੂੰ ਨੋਟ ਕਰ ਸਕਦੇ ਹੋ। ਉਮੀਦ ਹੈ ਕਿ ਤੁਸੀਂ ਨੋਟ ਕਰ ਲਿਆ ਹੋਵੇਗਾ, ਠੀਕ ਹੈ। ਇਸ ਤੋਂ ਬਾਅਦ ਆਪਾਂ ਅਗਲੇ ਭਾਗ 'ਤੇ ਚੱਲਦੇ ਹਾਂ। ਅਗਲੇ ਭਾਗ ਦੇ ਵਿੱਚ ਕੀ ਸੀਗਾ, ਦੇਖੋ ਜੀ, ਇੱਥੇ ਧਿਆਨ ਨਾਲ ਦੇਖੋ। ਇੱਕ ਵੱਡੀ ਹੀ ਘੈਂਟ ਚੀਜ਼ ਆਪਾਂ ਨੂੰ ਦਿੱਤੀ ਗਈ ਹੈ। ਇੱਕ ਤਾਂ ਆਪਾਂ ਨੂੰ ਦਿੱਤਾ ਗਿਆ ਕਾਲਮ ਊੜਾ ਅਤੇ ਇੱਕ ਦਿੱਤਾ ਗਿਆ ਕਾਲਮ ਆੜਾ। ਇਹਨਾਂ ਦਾ ਕੀ ਕਰਨਾ, ਆਪਾਂ ਨੇ ਮਿਲਾਨ ਕਰਨਾ ਹੈ। ਤਾਂ ਆਪਾਂ ਕੀ ਕਰਾਂਗੇ, ਦੇਖੋ, ਜੋ ਆਪਣੇ ਕੋਲ ਇੱਥੇ ਕਾਲਮ ਊੜਾ ਹੈ ਜੀ, ਠੀਕ ਹੈ, ਜਿਹੜੀ ਚੀਜ਼ ਉਹਦੇ ਨਾਲ ਮੈਚ ਕਰਦੀ ਕਾਲਮ ਆੜਾ ਦੇ ਵਿੱਚ ਉਹ ਮਿਲਾਣੀ ਹੈ। ਤਾਂ ਜਿਵੇਂ ਦੇਖੋ ਨੰਬਰ 1, ਪ੍ਰੋਟੀਨ ਦੀ ਘਾਟ। ਤਾਂ ਪ੍ਰੋਟੀਨ ਦੀ ਘਾਟ ਕਾਰਨ ਕੀ ਹੁੰਦਾ, ਕੁਆਸ਼ੀਓਰਕਰ ਇਹ ਰੋਗ ਹੁੰਦਾ ਹੈ। ਤਾਂ ਇਹ ਇਸ ਦੇ ਨਾਲ ਮੈਚ ਕਰਾਂਗੇ। ਇਸ ਤੋਂ ਬਾਅਦ ਮੈਂ ਤੁਹਾਨੂੰ ਸਾਰੇ ਅਲੱਗ-ਅਲੱਗ ਕਲਰ ਦੇ ਵਿੱਚ ਮੈਚ ਕਰਕੇ ਦਿਖਾਉਣਾ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਕ੍ਰੀਏਟ ਹੋਵੇ। ਇਸ ਤੋਂ ਬਾਅਦ ਹੈ ਜੀ ਵਿਟਾਮਿਨ ਏ। ਤਾਂ ਵਿਟਾਮਿਨ ਏ ਦਾ ਸੰਬੰਧ ਕਾਹਦੇ ਨਾਲ ਹੈ, ਅੰਧਰਾਤਾ ਦੇ ਨਾਲ। ਤਾਂ ਵਿਟਾਮਿਨ ਏ ਦੀ ਘਾਟ ਦੇ ਕਾਰਨ ਕੀ ਹੁੰਦਾ, ਅੰਧਰਾਤਾ ਰੋਗ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਇਹ ਅੰਧਰਾਤੇ ਨਾਲ ਮੈਚ ਕਰੇਗਾ। ਇਸ ਤੋਂ ਬਾਅਦ ਆਪਾਂ ਨੈਕਸਟ ਜੋ ਇਹ ਡਿਸਕਸ ਕਰਦੇ ਹਾਂ, ਵਿਟਾਮਿਨ ਬੀ। ਤਾਂ ਵਿਟਾਮਿਨ ਬੀ ਮੈਚ ਕਰੇਗਾ ਬੇਰੀ ਦੇ ਨਾਲ। ਇਸ ਤੋਂ ਬਾਅਦ ਹੈ ਜੀ ਵਿਟਾਮਿਨ ਸੀ। ਤਾਂ ਵਿਟਾਮਿਨ ਸੀ ਨੂੰ ਵੀ ਮੈਚ ਕਰਾਂਗੇ ਆਪਾਂ, ਸਾਰਿਆਂ ਨੂੰ ਅਲੱਗ-ਅਲੱਗ ਕਲਰ ਦੇ ਵਿੱਚ ਮੈਚ ਕਰਾਂਗੇ, ਠੀਕ ਹੈ। ਤਾਂ ਦੇਖੋ ਜੀ, ਇਸ ਤੋਂ ਬਾਅਦ ਵਿਟਾਮਿਨ ਸੀ ਹੈ ਜਿਹੜਾ ਇਹ ਮੈਚ ਕਰੇਗਾ ਸਕਰਵੀ ਦੇ ਨਾਲ। ਇਸ ਤੋਂ ਬਾਅਦ ਆਪਣੇ ਕੋਲ ਜੋ ਐਟ ਲਾਸਟ ਬਚਿਆ
ਉਹ ਹੈ ਜੀ ਵਿਟਾਮਿਨ ਡੀ। ਤਾਂ ਵਿਟਾਮਿਨ ਡੀ ਨੂੰ ਮੈਚ ਕਰਾਂਗੇ ਆਪਾਂ ਰਿਕਟਸ ਦੇ ਨਾਲ। ਤਾਂ ਇਸ ਤਰੀਕੇ ਨਾਲ ਆਪਾਂ ਨੇ ਅਲੱਗ-ਅਲੱਗ ਕਲਰ ਦੇ ਵਿੱਚ ਇਹਨਾਂ ਨੂੰ ਮੈਚ ਕਰ ਲਿਆ, ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਨੈਕਸਟ ਪ੍ਰਸ਼ਨ ਦੇ ਉੱਤੇ ਚੱਲਦੇ ਹਾਂ ਜੀ। ਇਹ ਭਾਗ ਆਪਣਾ ਪੂਰਾ ਹੋ ਚੁੱਕਿਆ ਹੈ। ਅਗਲਾ ਜੋ ਭਾਗ ਹੈ ਜੀ, ਸਹੀ ਉੱਤਰ ਦੀ ਚੋਣ ਕਰੋ। ਇਸ ਦੇ ਵਿੱਚ ਕੀ ਹੈਗਾ ਦੇਖੋ, ਆਪਾਂ ਨੂੰ 4 ਆਪਸ਼ਨ ਦਿੱਤੀਆਂ ਗਈਆਂ ਨੇ, ਕੋਈ ਇੱਕ ਪ੍ਰਸ਼ਨ ਇਹ ਪੁੱਛ ਲੈਂਦੇ ਨੇ, ਜਿਵੇਂ ਕਿ ਇਹਨਾਂ ਨੇ ਪੁੱਛਿਆ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ। ਤਾਂ 4 ਆਪਸ਼ਨ ਦਿੱਤੀਆਂ ਗਈਆਂ ਨੇ, ਆਲੂ, ਅੰਬ, ਚਾਵਲ, ਮੂੰਗੀ ਦੀ ਦਾਲ। ਇਹਨਾਂ ਦੇ ਜੋ ਸਾਡਾ ਰਾਈਟ ਆਨਸਰ ਬਣਦਾ ਹੈ ਉਹ ਅਸੀਂ ਨੇ ਸਿਲੈਕਟ ਕਰਨਾ ਹੈ। ਤਾਂ ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਬਣੇਗਾ ਜੀ ਮੂੰਗੀ ਦੀ ਦਾਲ, ਠੀਕ ਹੈ ਜੀ। 4th ਆਪਸ਼ਨ ਸਾਡਾ ਰਾਈਟ ਆਨਸਰ ਹੋਏਗਾ, ਤੁਸੀਂ ਇਹਨੂੰ ਟਿਕ ਕਰ ਸਕਦੇ ਹੋ, ਠੀਕ ਹੈ। ਤਾਂ ਸਹੀ ਉੱਤਰ ਦੀ ਇਹਦੇ 'ਚ ਆਪਾਂ ਨੇ ਚੋਣ ਕਰਨੀ ਸੀ। ਇਸੇ ਤਰੀਕੇ ਨਾਲ ਆਪਾਂ ਇਸ ਭਾਗ ਦੇ ਦੂਸਰੇ ਪ੍ਰਸ਼ਨ 'ਤੇ ਚੱਲਦੇ ਹਾਂ। ਚੌਥਾ ਭਾਗ ਹੈ, ਦੂਸਰਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਥਾਇਰਾਇਡ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਕਰਨ ਦੀ ਲਈ ਜ਼ਰੂਰੀ ਹੈ। ਮਤਲਬ ਕਿ ਥਾਇਰਾਇਡ ਗ੍ਰੰਥੀ ਆਪਣੀ ਸਹੀ ਢੰਗ ਨਾਲ ਕੰਮ ਕਰੇ, ਇਸ ਦੇ ਲਈ ਕੀ ਚੀਜ਼ ਜ਼ਰੂਰੀ ਹੁੰਦੀ ਹੈ, ਠੀਕ ਹੈ। ਤਾਂ ਦੇਖੋ 4 ਆਪਸ਼ਨ ਦਿੱਤੀਆਂ ਗਈਆਂ ਨੇ, ਵਿਟਾਮਿਨ, ਕੈਲਸ਼ੀਅਮ, ਆਇਓਡੀਨ, ਪ੍ਰੋਟੀਨ। ਤਾਂ ਇਹਦੇ 'ਚੋਂ ਸਾਡਾ ਰਾਈਟ ਆਨਸਰ ਹੋ ਜਾਵੇਗਾ ਪ੍ਰੋਟੀਨ, ਠੀਕ ਹੈ। ਪ੍ਰੋਟੀਨ ਹੈ ਜਿਹੜੀ ਇਸ ਦੀ ਲੋੜ ਹੁੰਦੀ ਹੈ, ਠੀਕ ਹੈ, ਇਹ ਜ਼ਰੂਰੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਵੀ ਸਾਡਾ ਜੋ ਥਾਇਰਾਇਡ ਗ੍ਰੰਥੀ ਹੈ ਸਾਡੀ ਇਹ ਸਹੀ ਢੰਗ ਨਾਲ ਕੰਮ ਕਰੇ, ਤਾਂ ਇਸ ਦੇ ਲਈ ਆਇਓਡੀਨ ਦੀ ਜ਼ਰੂਰਤ ਪੈਂਦੀ ਹੈ। ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ। ਦੇਖੋ ਇਹ ਪ੍ਰਸ਼ਨ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਨਾ, ਇਹਦੇ ਨਾਲ ਰਿਲੇਟਡ ਚੀਜ਼, ਠੀਕ ਹੈ। ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ, ਲੋਹੇ ਦੀ ਘਾਟ ਦੇ ਕਾਰਨ ਹੁੰਦਾ ਹੈ। ਆਪਾਂ ਖਾਲੀ ਥਾਵਾਂ ਦੇ ਵਿੱਚ ਵੀ ਜੀ ਡਿਸਕਸ ਕੀਤੀ ਸੀ, ਤਾਂ ਇਹ ਅਸੀਂ ਨੇ ਸਿਲੈਕਟ ਕਰ ਲੈਣੇ। ਇਸ ਤੋਂ ਬਾਅਦ ਹੈ ਜੀ ਅਗਲਾ ਭਾਗ। ਅਗਲੇ ਭਾਗ ਦੇ ਵਿੱਚ ਕੀ ਹੈ, ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਇਹਨਾਂ ਦਾ ਜਿਹੜਾ ਉੱਤਰ ਆਪਾਂ ਨੂੰ ਛੋਟੇ ਛੋਟੇ ਲਿਖਣੇ ਨੇ, ਠੀਕ ਹੈ। ਤਾਂ ਦੇਖੋ ਜਿਵੇਂ ਕਿ ਪਹਿਲਾ ਪ੍ਰਸ਼ਨ ਦਿੱਤਾ ਗਿਆ ਹੈ, ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ। ਤਾਂ ਇਸ ਦਾ ਉੱਤਰ ਆਪਾਂ ਲਿਖਾਂਗੇ ਅਜਿਹਾ ਭੋਜਨ ਜਿਸ ਵਿੱਚ ਸਰੀਰ ਲਈ ਬਹੁਤ ਸਾਰੇ ਪੋਸ਼ਕ ਤੱਤ, ਮੋਟਾ ਆਹਾਰ ਅਤੇ ਪਾਣੀ ਉਚਿਤ ਮਾਤਰਾ ਵਿੱਚ ਮੌਜੂਦ ਹੋਣ, ਉਸ ਨੂੰ ਸੰਤੁਲਿਤ ਭੋਜਨ ਕਹਿੰਦੇ ਹਨ। ਤਾਂ ਇਸ ਤਰੀਕੇ ਨਾਲ ਇਹ ਸੰਤੁਲਿਤ ਭੋਜਨ ਦੀ ਡੈਫੀਨੇਸ਼ਨ ਹੈ, ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਜੋ ਆਨਸਰ ਨੇ ਮੈਂ ਨਾਲ ਦੀ ਨਾਲ ਹਾਈਲਾਈਟ ਕਰਤਾ, ਠੀਕ ਹੈ, ਤੁਸੀਂ ਇਹ ਚੀਜ਼ ਨੂੰ ਨੋਟ ਕਰੋ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ, ਕਾਰਬੋਹਾਈਡਰੇਟਸ ਦੇ ਮੁੱਖ ਸਰੋਤ ਕਿਹੜੇ ਹਨ। ਤਾਂ ਕਾਰਬੋਹਾਈਡਰੇਟਸ ਦੇ ਮੁੱਖ ਸਰੋਤ ਕਿਹੜੇ ਕਿਹੜੇ ਨੇ, ਇਹਦਾ ਉੱਤਰ ਆਪਾਂ ਲਿਖਾਂਗੇ ਆਲੂ, ਕਣਕ, ਚਾਵਲ, ਅੰਬ ਅਤੇ ਕੇਲਾ ਆਦਿ। ਇਹ ਕੀ ਨੇ ਜੀ, ਕਾਰਬੋਹਾਈਡਰੇਟਸ ਦੇ ਮੁੱਖ ਸਰੋਤ ਨੇ। ਇਸ ਤੋਂ ਬਾਅਦ ਹੈ ਜੀ ਨੈਕਸਟ ਪ੍ਰਸ਼ਨ, ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ। ਤਾਂ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਆਪਾਂ ਦੇਖੋ ਕਿ ਲਿਖਣਾ ਹੈਗਾ, ਠੀਕ ਹੈ ਜੀ। ਤੀਸਰਾ ਪ੍ਰਸ਼ਨ ਹੈ, ਠੀਕ ਹੈ। ਤਾਂ ਦੇਖੋ ਇਸ ਦਾ ਉੱਤਰ ਲਿਖਾਂਗੇ ਕਿਉਂਕਿ ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਅਤੇ ਸੈੱਲਾਂ ਦੇ ਨਿਰਮਾਣ ਲਈ ਜ਼ਰੂਰੀ ਹੈ। ਇੱਥੇ ਦੁਲਾਮਾ ਆਏਗਾ, ਸੈੱਲਾਂ ਦੇ ਨਿਰਮਾਣ ਲਈ ਜ਼ਰੂਰੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਹੈ ਜੀ ਨੰਬਰ 4, ਚੌਥਾ ਪ੍ਰਸ਼ਨ ਆਪਾਂ ਨੂੰ ਦਿੱਤਾ ਗਿਆ ਹੈਗਾ, ਮਨੁੱਖੀ ਸਰੀਰ ਲਈ ਮੋਟੇ ਆਹਾਰ ਦੀ ਕੀ ਮਹੱਤਤਾ ਹੈ। ਤਾਂ ਇਸ ਦਾ ਉੱਤਰ ਲਿਖਾਂਗੇ ਆਪਾਂ ਮੋਟਾ ਆਹਾਰ ਕਬਜ਼ ਅਤੇ ਪਾਣੀ ਦੀ ਕਮੀ ਹੋਣ ਤੋਂ ਬਚਾਉਂਦਾ ਹੈ। ਇਸ ਤਰੀਕੇ ਨਾਲ ਇਸ ਦਾ ਜੋ ਉੱਤਰ ਹੈ ਅਸੀਂ ਨੇ ਲਿਖ ਲੈਣਾ ਹੈ। ਇਸ ਤੋਂ ਬਾਅਦ ਹੈ ਜੀ ਨੰਬਰ 5, ਕੋਈ 2 ਅਜਿਹੇ ਭੋਜਨ ਪਦਾਰਥਾਂ ਦੇ ਨਾਂ ਦੱਸੋ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ। ਤਾਂ ਇਸ ਦਾ ਉੱਤਰ ਆਪਾਂ ਲਿਖਾਂਗੇ ਮੱਖਣ, ਬਨਸਪਤੀ ਤੇਲ ਅਤੇ ਮੂੰਗਫਲੀ, ਠੀਕ ਹੈ ਜੀ। ਇਹ ਕੀ ਨੇ, ਕੁਝ ਅਜਿਹੇ ਪਦਾਰਥ ਨੇ, ਠੀਕ ਹੈ, ਜਿਹੜੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਇਹਨਾਂ ਦੇ ਵਿੱਚ ਚਰਬੀ ਮੌਜੂਦ ਹੁੰਦੀ ਹੈ, ਠੀਕ ਹੈ। ਮੱਖਣ, ਤੇਲ, ਮੂੰਗਫਲੀ ਆਦਿ, ਠੀਕ ਹੈ ਜੀ। ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਲਿਖ ਸਕਦੇ ਹੋ। ਇਸ ਤੋਂ ਬਾਅਦ ਹੈ ਜੀ ਅਗਲਾ ਭਾਗ। ਅਗਲੇ ਭਾਗ ਦੇ ਵਿੱਚ ਕੀ ਸੀਗਾ ਦੇਖੋ, ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ। ਇਹਨਾਂ ਦਾ ਜਿਹੜਾ ਪ੍ਰਸ਼ਨ ਉੱਤਰ ਹੈ ਇਹ ਵੀ ਆਪਾਂ ਨੂੰ ਛੋਟਾ ਹੀ ਲਿਖਣਾ, 1-2 ਲਾਈਨ ਦੇ ਵਿੱਚ ਲਿਖਣਾ, ਠੀਕ ਹੈ। ਉਹ ਬਹੁਤ ਛੋਟੇ ਉੱਤਰਾਂ ਵਾਲੇ ਸੀ। ਤਾਂ ਦੇਖੋ ਪਾਣੀ ਜੀਵਨ ਲਈ ਕਿਉਂ ਜ਼ਰੂਰੀ ਹੈ। ਤਾਂ ਇਸ ਦਾ ਉੱਤਰ ਲਿਖਾਂਗੇ ਆਪਾਂ ਪਾਣੀ ਭੋਜਨ ਵਿੱਚੋਂ ਪੋਸ਼ਕ ਤੱਤਾਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ, ਇਸ ਲਈ ਜ਼ਰੂਰੀ ਹੈ, ਠੀਕ ਹੈ। ਦੂਸਰਾ ਪੁਆਇੰਟ ਕੀ ਲਿਖਾਂਗੇ, ਪਾਣੀ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਤਰੀਕੇ ਨਾਲ ਇਸ ਦਾ ਜਿਹੜਾ ਉੱਤਰ ਆਪਾਂ ਇਹ ਲਿਖਾਂਗੇ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 2, ਦੂਸਰਾ ਪ੍ਰਸ਼ਨ ਹੈ, ਸਾਡੇ ਸਰੀਰ ਲਈ ਜ਼ਰੂਰੀ 5 ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ ਦੱਸੋ। ਤਾਂ ਸਾਡੇ ਸਰੀਰ ਦੇ ਲਈ ਕਿਹੜੇ ਜਿਹੜੇ ਮਤਲਬ ਪੌਸ਼ਟਿਕ ਤੱਤ ਕਿਹੜੇ ਕਿਹੜੇ ਜ਼ਰੂਰੀ ਨੇ, ਉਹਨਾਂ ਦੇ ਵਿੱਚੋਂ 5 ਦੇ ਨਾਂ ਲਿਖਣੇ। ਨੰਬਰ 1 ਤੁਸੀਂ ਲਿਖ ਸਕਦੇ ਹੋ ਕਾਰਬੋਹਾਈਡਰੇਟਸ, ਨੰਬਰ 2 ਚਰਬੀ, ਨੰਬਰ 3 ਪ੍ਰੋਟੀਨ, ਨੰਬਰ 4 ਵਿਟਾਮਿਨ, ਨੰਬਰ 5 ਖਣਿਜ। ਇਸ ਤਰੀਕੇ ਨਾਲ ਆਪਾਂ ਇਹ 5 ਪੌਸ਼ਟਿਕ ਤੱਤ ਦੇ ਨਾਂ ਲਿਖ ਸਕਦੇ ਹਾਂ। ਇਸ ਤੋਂ ਬਾਅਦ ਅਗਲਾ ਜੋ ਪ੍ਰਸ਼ਨ ਹੈ ਜੀ ਤੀਸਰਾ ਪ੍ਰਸ਼ਨ, ਅਸੀਂ ਵਿਟਾਮਿਨ ਸੀ ਕਿੱਥੋਂ ਪ੍ਰਾਪਤ ਕਰਦੇ ਹਾਂ। ਮਨੁੱਖੀ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਕਾਰਨ ਹੋਣ ਵਾਲੇ ਰੋਗ ਦਾ ਨਾਂ ਦੱਸੋ। ਤਾਂ ਦੇਖੋ ਜੀ ਵਿਟਾਮਿਨ ਸੀ ਦੇ ਸਰੋਤ ਜਿਵੇਂ ਔਲਾ, ਖੱਟੇ ਫਲ, ਟਮਾਟਰ ਆਦਿ ਹਨ, ਠੀਕ ਹੈ। ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਰੋਗ ਹੋ ਜਾਂਦਾ ਹੈ। ਤਾਂ ਦੇਖੋ ਇੱਕ ਤਾਂ ਇਹਨਾਂ ਨੇ ਪੁੱਛਿਆ ਸੀ ਵੀ ਇਹ ਕਿੱਥੋਂ ਪ੍ਰਾਪਤ ਹੁੰਦਾ ਹੈ ਨਾ, ਕਿੱਥੋਂ ਪੁੱਛਿਆ ਸੀ। ਤਾਂ ਆਪਾਂ ਨੇ ਕੀ ਦੱਸਤਾ ਵੀ ਇਹ ਔਲਾ, ਖੱਟੇ ਫਲ ਇਹਨਾਂ ਤੋਂ ਪ੍ਰਾਪਤ ਹੁੰਦਾ ਹੈ,
ठीक है। तो कहने पूछा सी किहड़ा रोग होंदा, तो आपां लिखता स्क्रवी रोग इस तो होंदा है। ठीक है जी। तो इस तरीके नाल इसका जिहड़ा उत्तर है ये तुसीं नोट कर सकते हो। इस तो बाद अगला प्रश्न है जी, चौथा प्रश्न है, चर्बी ਅਤੇ ਕਾਰਬੋਹਾਈਡਰੇਟ ਨੂੰ ਊਰਜਾ ਦੇਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ। ਠੀਕ ਹੈ ਜੀ। ਇੱਕ ਨੂੰ ਦੇਖੋ ਭੋਜਨ, ਇੱਕ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਹਾ ਸੀ ਪ੍ਰੋਟੀਨ ਨੂੰ। ਠੀਕ ਹੈ। ਚਰਬੀ ਅਤੇ ਕਾਰਬੋਹਾਈਡਰੇਟਸ ਨੂੰ ਊਰਜਾ ਦੇਣ ਵਾਲਾ ਭੋਜਨ ਕਿਹਾ। ਇਹ ਚੀਜ਼ਾਂ ਨੂੰ ਤੁਸੀਂ ਧਿਆਨ ਦੇ 'ਚ ਰੱਖੋ, ਕਿਉਂਕਿ ਚਰਬੀ ਅਤੇ ਕਾਰਬੋਹਾਈਡਰੇਟਸ ਤੋਂ ਸਾਡੇ ਸਰੀਰ ਵਿੱਚ ਊਰਜਾ ਪੈਦਾ ਹੁੰਦੀ ਹੈ, ਇਸ ਲਈ ਇਸ ਨੂੰ ਅਸੀਂ ਊਰਜਾ ਦੇਣ ਵਾਲਾ ਭੋਜਨ ਆਖਦੇ ਹਾਂ। ਠੀਕ ਹੈ। ਸਿੰਪਲ ਜਿਹਾ ਇਸ ਦਾ ਉੱਤਰ ਜਿਹੜਾ ਹੀ ਲਿਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਅਗਲਾ ਜੋ ਭਾਗ ਹੈ ਜੀ, ਲਾਸਟ ਭਾਗ, ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਇਹਨਾਂ ਦਾ ਉੱਤਰ ਆਪਾਂ ਨੂੰ ਥੋੜ੍ਹਾ ਜਿਹਾ ਵੱਡਾ ਲਿਖਣਾ, ਵਿਸਥਾਰ ਦੇ ਵਿੱਚ ਲਿਖਣਾ ਹੈਗਾ। ਜਿਵੇਂ ਕਿ ਦੇਖੋ, ਪਹਿਲਾ ਪ੍ਰਸ਼ਨ ਹੈ ਜੀ, ਤਰੁੱਟੀ ਰੋਗ ਕੀ ਹੁੰਦੇ ਹਨ। ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਬਾਰੇ ਸੰਖੇਪ ਜਾਣਕਾਰੀ ਦਿਓ। ਤਾਂ ਇਸ ਦਾ ਉੱਤਰ ਤੁਸੀਂ ਇੱਥੇ ਤੋਂ ਸ਼ੁਰੂ ਕਰੋਗੇ ਜੀ। ਦੇਖੋ, ਤਰੁੱਟੀ ਰੋਗ ਬਾਰੇ ਲਿਖਦੇ ਆਪਾਂ ਪਹਿਲਾਂ। ਭੋਜਨ ਵਿੱਚ ਲੰਮੇ ਸਮੇਂ ਤੋਂ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਨੂੰ ਤਰੁੱਟੀ ਰੋਗ ਕਹਿੰਦੇ ਹਨ। ਬੱਚਿਆਂ ਵਿੱਚ ਪ੍ਰੋਟੀਨ ਦੀ ਘਾਟ ਕਾਰਨ ਕਵਾਸ਼ੀਓਰਕ ਰੋਗ ਹੋ ਜਾਂਦਾ ਹੈ। ਇਸ ਰੋਗ ਕਾਰਨ ਸਰੀਰਕ ਵਿਕਾਸ ਹੌਲੀ ਹੋ ਜਾਂਦਾ ਹੈ। ਤਾਂ ਦੇਖੋ, ਤਰੁੱਟੀ ਦਾ ਅਰਥ ਹੁੰਦਾ ਕਮੀ, ਵੀ ਜਦੋਂ ਕਿਸੇ ਚੀਜ਼ ਦੀ ਆਪਣੇ ਸਰੀਰ 'ਚ ਕਮੀ ਹੈ ਤਾਂ ਆਪਾਂ ਨੂੰ ਕੋਈ ਰੋਗ ਹੋ ਗਿਆ ਤਾਂ ਉਸ ਨੂੰ ਆਪਾਂ ਤਰੁੱਟੀ ਰੋਗ ਆਖਦੇ ਹਾਂ। ਜਿਵੇਂ ਕਿ ਪ੍ਰੋਟੀਨ ਦੀ ਘਾਟ ਕਾਰਨ ਕਵਾਸ਼ੀਓਰਕ ਰੋਗ ਹੋ ਜਾਂਦਾ ਹੈ, ਤਾਂ ਇਹ ਕੀ ਨੇ, ਤਰੁੱਟੀ ਰੋਗ ਨੇ। ਠੀਕ ਹੈ ਜੀ। ਇਸ ਤਰੀਕੇ ਨਾਲ ਇਹ ਜੋ ਮੈਂ ਲਾਲ ਬਾਕਸ ਦੇ ਵਿੱਚ ਲਿਖਿਆ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ, ਅਗਲੇ ਪ੍ਰਸ਼ਨ ਦੇ ਵਿੱਚ ਕੀ ਲਿਖਿਆ ਇਹਨਾਂ ਨੇ, ਮਨੁੱਖ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ। ਤਾਂ ਇਸ ਦਾ ਉੱਤਰ ਲਿਖਾਂਗੇ ਆਪਾਂ, ਖਣਿਜ ਪਦਾਰਥ ਸਾਡੀ ਸਿਹਤ ਅਤੇ ਸਰੀਰ ਦੇ ਉਚਿਤ ਵਾਧੇ ਲਈ ਜ਼ਰੂਰੀ ਹੁੰਦੇ ਹਨ। ਉਦਾਹਰਨ ਵਜੋਂ ਲੋਹਾ ਲਹੂ ਵਿੱਚ ਹੀਮੋਗਲੋਬਿਨ ਬਣਨ ਲਈ ਜ਼ਰੂਰੀ ਹੁੰਦਾ ਹੈ। ਠੀਕ ਹੈ। ਇਸ ਤੋਂ ਬਾਅਦ ਨੰਬਰ 2, ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਲਈ ਜ਼ਰੂਰੀ ਹੁੰਦਾ ਹੈ। ਫਾਸਫੋਰਸ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਠੀਕ ਹੈ ਜੀ। ਅਤੇ ਆਇਓਡੀਨ ਜਿਹੜੀ ਇਹ ਥਾਇਰਾਇਡ ਗ੍ਰੰਥੀ ਦੇ ਠੀਕ ਕੰਮ ਕਰਨ ਲਈ ਜ਼ਰੂਰੀ ਹੈ। ਇਸ ਤਰੀਕੇ ਨਾਲ ਅਸੀਂ ਨੇ ਇਹਨਾਂ ਤੱਤਾਂ ਦੀ ਜਿਹੜੀ ਖਣਿਜ ਪਦਾਰਥ ਨੇ ਇਹਨਾਂ ਦੀ ਮਹੱਤਤਾ ਨੂੰ 4 ਪੁਆਇੰਟਾਂ ਦੇ ਵਿੱਚ ਲਿਖ ਦਿੱਤਾ ਹੈ। ਠੀਕ ਹੈ। ਤੁਸੀਂ ਇਸ ਨੂੰ ਨਾਲ ਦੀ ਨਾਲ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਸਮਝਦੇ ਹਾਂ ਜੀ। ਤੀਸਰਾ ਪ੍ਰਸ਼ਨ ਹੈ, ਵਿਟਾਮਿਨ ਕੀ ਹੁੰਦੇ ਹਨ। ਮਨੁੱਖ ਦੇ ਸਰੀਰ ਲਈ ਵੱਖ-ਵੱਖ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ। ਤਾਂ ਇਸ ਦਾ ਉੱਤਰ ਆਪਾਂ ਲਿਖਾਂਗੇ, ਵਿਟਾਮਿਨ ਕੁਝ ਰਸਾਇਣਿਕ ਪਦਾਰਥ ਹਨ ਜੋ ਸਾਡੇ ਸਰੀਰ ਨੂੰ ਬਹੁਤ ਘੱਟ ਮਾਤਰਾ ਵਿੱਚ ਲੋੜੀਂਦੇ ਹਨ। ਤਾਂ ਵਿਟਾਮਿਨ ਇੱਕ ਪਾਸੇ ਆਪਾਂ ਲਿਖਾਂਗੇ, ਦੇਖੋ ਵਿਟਾਮਿਨ, ਠੀਕ ਹੈ, ਇਹ ਸਾਰੇ ਵਿਟਾਮਿਨ ਲਿਖਾਂਗੇ, ਵਿਟਾਮਿਨ A B C D ਇੱਦਾਂ। ਠੀਕ ਹੈ। ਅਤੇ ਇੱਧਰ ਇੱਥੇ ਡੈਸ਼ ਪਾ ਕੇ ਇੱਦਾਂ ਨਾਲ ਇਹਦੇ ਕੀ ਲਿਖੇ ਨੇ ਆਪਾਂ ਨੇ, ਕੰਮ ਲਿਖੇ ਨੇ। ਤਾਂ ਜਿਵੇਂ ਆਪਾਂ ਪਹਿਲਾ ਵਿਟਾਮਿਨ ਸਮਝਦੇ ਹਾਂ, ਦੇਖੋ ਵਿਟਾਮਿਨ A, ਤਾਂ ਵਿਟਾਮਿਨ A ਦਾ ਕੰਮ ਕੀ ਹੈ, ਚਮੜੀ ਅਤੇ ਅੱਖਾਂ ਨੂੰ ਠੀਕ ਰੱਖਣਾ ਵਿਟਾਮਿਨ A ਦਾ ਕੰਮ ਹੈ। ਇਸ ਤੋਂ ਬਾਅਦ ਹੈ ਜੀ ਵਿਟਾਮਿਨ B, ਤਾਂ ਵਿਟਾਮਿਨ B ਦਾ ਕੀ ਕੰਮ ਹੈ, ਪਾਚਨ ਪ੍ਰਣਾਲੀ, ਕੇਂਦਰੀ ਨਾੜੀ ਪ੍ਰਣਾਲੀ ਅਤੇ ਸਰੀਰ ਦੇ ਸਹੀ ਵਾਧੇ ਲਈ ਜ਼ਰੂਰੀ ਹੈ। ਇਸ ਤੋਂ ਬਾਅਦ ਹੈ ਜੀ ਵਿਟਾਮਿਨ C, ਤਾਂ ਵਿਟਾਮਿਨ C ਕੀ ਹੈ, ਬਿਮਾਰੀਆਂ ਨਾਲ ਲੜਨ ਵਿੱਚ ਸਾਡੀ ਸਹਾਇਤਾ ਕਰਦਾ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਹੈ ਵਿਟਾਮਿਨ D, ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ ਜ਼ਰੂਰੀ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਵਿਟਾਮਿਨਾਂ ਦੀ ਵਰਤੋਂ ਬਾਰੇ ਲਿਖ ਦਿੱਤਾ ਹੈ। ਠੀਕ ਹੈ। ਇਹਨਾਂ ਦੇ ਕੰਮ ਲਿਖ ਦਿੱਤੇ ਨੇ। ਇਸ ਤੋਂ ਬਾਅਦ ਆਪਾਂ ਅਗਲੇ ਵਿਟਾਮਿਨ ਬਾਰੇ ਸਮਝਦੇ ਹਾਂ। ਤਾਂ 5ਵੇਂ ਨੰਬਰ 'ਤੇ ਆਪਾਂ ਲਿਖਾਂਗੇ ਵਿਟਾਮਿਨ E, ਤਾਂ ਵਿਟਾਮਿਨ E ਦਾ ਕੰਮ ਕੀ ਹੈ, ਸੈੱਲਾਂ ਨੂੰ ਟੁੱਟ ਭੱਜ ਤੋਂ ਬਚਾਉਂਦਾ ਹੈ ਅਤੇ ਕਈ ਸਿਹਤ ਸਮੱਸਿਆਵਾਂ ਨੂੰ ਘਟਾਉਂਦਾ ਹੈ। ਇਸ ਤੋਂ ਬਾਅਦ ਹੈ ਜੀ ਵਿਟਾਮਿਨ K, ਵਿਟਾਮਿਨ K ਦਾ ਕੀ ਕੰਮ ਹੈ, ਖੂਨ ਦੇ ਜੰਮਣ ਵਿੱਚ ਸਹਾਈ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਇਹ ਵਿਟਾਮਿਨ A B C D E K ਇਹਨਾਂ ਵਿਟਾਮਿਨਾਂ ਬਾਰੇ ਆਪਾਂ ਨੇ ਲਿਖ ਦਿੱਤਾ ਹੈ। ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਆਪਣਾ ਇਹ ਜੋ ਪਾਠ ਸੀ ਇਹ ਕੰਪਲੀਟ ਹੋ ਚੁੱਕਿਆ ਹੈ। ਜੋ ਅਗਲਾ ਪਾਠ ਹੈ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਠੀਕ ਹੈ ਜੀ। ਤਾਂ ਮੇਰੀ ਕਲਾਸ ਚੈਨਲ ਨੂੰ ਅੱਜ ਹੀ ਕਰ ਲਓ ਜੀ ਸਬਸਕ੍ਰਾਈਬ, ਤਾਂ ਕਿ ਤੁਹਾਨੂੰ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਇੱਥੇ ਮਿਲ ਸਕੇ। ਥੈਂਕ ਯੂ।